ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਖਬਰ ਪੜਤਾਲ ਖਾਸ ਪ੍ਰੋਗਰਾਮ, ਜਿਸ ਦੇ ਵਿੱਚ ਵੱਖ-ਵੱਖ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ। ਅੱਜ ਫਿਰ ਵੱਡੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਆ। ਬੀਤੀ ਰਾਤ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਈ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਈ। ਵੱਡੇ ਐਲਾਨ 26 ਜਨਵਰੀ ਨੂੰ ਲੈ ਕੇ ਅਤੇ ਉਸ ਤੋਂ ਪਹਿਲਾਂ ਦੇ ਜੋ ਐਲਾਨ ਕਿਸਾਨ ਜਥੇਬੰਦੀਆਂ ਦੇ ਸੀ ਉਸ ਨੂੰ ਕਿੱਦਾਂ ਅਮਲ ਦੇ ਵਿੱਚ ਲਿਆਇਆ ਜਾਣਾ, ਉਹ ਸਾਰਾ ਕਿਸਾਨ ਜਥੇਬੰਦੀਆਂ ਨੇ ਵਿਸਥਾਰ ਦੇ ਨਾਲ ਦੱਸਿਆ ਹੈ। ਤੇ ਨਾਲ ਹੀ ਗੱਲਬਾਤ ਕਰਾਂਗੇ ਜਨ ਸੰਸਦ ਦੀ। ਵੱਡਾ ਸਿਆਸੀ ਜਨ ਸੰਸਦ ਬੁਲਾਉਣ ਦੀਆਂ ਤਿਆਰੀਆਂ ਨੇ, ਕਿਸਾਨ ਆਗੂ ਵੀ ਉਸ ਦੇ ਵਿੱਚ ਗਏ ਸੀ, ਉਸ ਨੂੰ ਲੈ ਕੇ ਵੀ ਚਰਚਾਵਾਂ ਕਾਫੀ ਤੇਜ਼ ਨੇ। ਕੀ ਕੁਝ ਹੋਵੇਗਾ ਇਸ ਜਨ ਸੰਸਦ ਦੇ ਵਿੱਚ, ਉਹ ਵੀ ਇਸੇ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ। ਤੇ ਨਾਲ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਸਕਦਾ ਹੈ, ਇਸ ਨੂੰ ਲੈ ਕੇ ਵੀ ਵੱਡੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਾਂਗੇ, ਫਿਰ ਚਰਚਾ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਕਿਸ ਤਰ੍ਹਾਂ ਵੇਖ ਰਹੇ ਹੋ ਜੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਬੀਤੀ ਰਾਤ ਪ੍ਰੈਸ ਕਾਨਫਰੰਸ ਕੀਤੀ ਗਈ ਹੈ, 26 ਜਨਵਰੀ ਨੂੰ ਲੈ ਕੇ ਐਲਾਨ ਕੀਤੇ, ਜਿਸ ਤਰ੍ਹਾਂ ਦੀਆਂ ਕਿਆਸਰਾਈਆਂ ਮੀਡੀਆ ਘਰਾਣਿਆਂ ਦੇ ਵਿੱਚ ਸੀ ਕਿ ਕਿਸਾਨ ਕੋਈ ਵੱਡੀ ਹਲਹਲਾ ਮਚਾ ਸਕਦੇ ਨੇ ਜਾਂ ਕੋਈ ਅਹਿੰਸਕ ਘਟਨਾ ਹੋ ਸਕਦੀ ਹੈ। ਕਿਸਾਨਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਸੰਘਰਸ਼ ਚੱਲ ਰਿਹਾ ਹੈ ਉਸੇ ਤਰ੍ਹਾਂ ਸ਼ਾਂਤਮਈ ਜਿਹੜੀ 26 ਜਨਵਰੀ ਦੀ ਪਰੇਡ ਹੋਏਗੀ। ਦੇਖੋ, ਕਿਸਾਨ ਸਾਡੇ ਬੜੇ ਸਿਆਣੇ ਨੇ, ਸਾਰੇ ਕਿਸਾਨ ਆਗੂ, ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਬਹੁਤ ਵੱਡੇ ਵੱਡੇ ਤਜਰਬੇ ਨੇ, ਸਾਰਿਆਂ ਦੀ ਸਿਆਣੀ ਉਮਰ ਹੈ, ਬਹੁਤਾ ਪੜ੍ਹੇ ਲਿਖੇ ਨੇ ਔਰ ਕਿਸਾਨੀ ਅੰਦੋਲਨ ਦੀ ਅਗਵਾਈ ਕਰ ਰਹੇ ਨੇ। ਇਹਨਾਂ ਨੂੰ ਪਤਾ ਹੈ ਕਿ ਛੋਟੀ ਜਿਹੀ ਵੀ ਗਲਤੀ ਜਾਂ ਕੋਈ ਹਿੰਸਕ ਘਟਨਾ ਪੂਰੇ ਕਿਸਾਨ ਅੰਦੋਲਨ ਦੇ ਮਕਸਦ ਤੇ ਪਾਣੀ ਫੇਰ ਸਕਦੀ ਹੈ। ਸੋ ਇਸ ਕਰਕੇ ਫੂਕ ਕੇ ਕਦਮ ਰੱਖ ਰਹੇ ਨੇ ਕਿਸਾਨ ਸਾਰੇ। ਔਰ ਮੀਟਿੰਗ ਦਰ ਮੀਟਿੰਗ, ਦੇਖੋ ਪਰਸੋਂ ਮੀਟਿੰਗ ਹੋਈ ਪਹਿਲਾਂ ਪੰਜਾਬ ਵਾਲੀਆਂ ਜਥੇਬੰਦੀਆਂ ਦੀ, ਕੱਲ ਮੀਟਿੰਗ ਹੋਈ ਸੰਯੁਕਤ ਕਿਸਾਨ ਮੋਰਚੇ ਦੀ, ਔਰ ਕੱਲ ਰਾਤ ਨੂੰ ਜਿਹੜੀ ਪ੍ਰੈਸ ਕਾਨਫਰੰਸ ਹੋਈ, ਤੁਸੀਂ ਵੱਖ-ਵੱਖ ਬੁਲੇਟਿਨਾਂ ਦੇ ਵਿੱਚ ਮੁੱਖ ਗੱਲਾਂ ਵੀ ਸਾਰੀਆਂ ਕਿਸਾਨਾਂ ਦੀਆਂ ਦੱਸੀਆਂ। ਕਿਸਾਨ ਆਗੂ ਕਹਿੰਦੇ ਦਿੱਲੀ 'ਚ ਇੱਕ ਆਊਟਰ ਰਿੰਗ ਰੋਡ ਹੈ। ਗਗਨ, ਜਿਹੜੇ ਲੋਕ ਦਿੱਲੀ 'ਚ ਰਹਿਣ ਵਾਲੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਊਟਰ ਰਿੰਗ ਰੋਡ ਹੈ। ਮੈਂ ਵੀ ਬਹੁਤਾ ਸਮਾਂ ਆਊਟਰ ਰਿੰਗ ਰੋਡ 'ਤੇ ਸਫ਼ਰ ਕਰਦਾ ਰਿਹਾ। ਕਿਸਾਨ ਕਹਿੰਦੇ ਅਸੀਂ ਆਊਟਰ ਰਿੰਗ ਰੋਡ 'ਤੇ ਆਪਣੀ ਟਰੈਕਟਰ ਮਾਰਚ ਕੱਢਣਾ ਹੈ। ਅਸਲ 'ਚ ਉਹ ਗਣਤੰਤਰ ਦਿਵਸ ਮਨਾ ਰਹੇ ਨੇ, ਜਿਵੇਂ ਪੂਰੇ ਮੁਲਕ 'ਚ ਗਣਤੰਤਰ ਦਿਵਸ ਮਨਾਇਆ ਜਾਣਾ ਹੈ। ਕਿਸਾਨਾਂ ਨੂੰ ਵੀ ਗਣਤੰਤਰ ਦਿਵਸ ਮਨਾਉਣ ਦਾ ਇਸ ਵਕਤ ਉਹਨਾਂ ਨੂੰ ਲੱਗਿਆ ਕਿ ਸਾਨੂੰ ਮਨਾਉਣਾ ਚਾਹੀਦਾ ਹੈ ਇਕੱਠੇ ਹੋ ਕੇ। ਉਹ ਕਹਿੰਦੇ ਅਸੀਂ ਗਣਤੰਤਰ ਦਿਵਸ ਮਨਾਉਣਾ ਹੈ, ਟਰੈਕਟਰਾਂ 'ਤੇ ਕੌਮੀ ਝੰਡੇ ਲੱਗੇ ਹੋਣਗੇ ਔਰ ਇੱਕ ਝੰਡਾ ਲੱਗ ਸਕਦਾ ਉਹਨਾਂ ਦੇ ਕਿਸੇ ਕਿਸਾਨ ਸੰਗਠਨ ਦਾ। ਦੂਸਰਾ, ਕੋਈ ਵੀ ਹਿੰਸਕ ਘਟਨਾ ਕਿਸੇ ਨੂੰ ਨਹੀਂ ਕਰਨ ਦੇਣੀ, ਕਿਸੇ ਨੂੰ ਉਕਸਾਉਣ ਨਹੀਂ ਦੇਣਾ, ਕਿਸੇ ਨੂੰ ਅਜਿਹੇ ਵਿਅਕਤੀ ਨੂੰ ਨਾਲ ਨਹੀਂ ਜੋੜਨਾ ਜਿਹੜਾ ਹਿੰਸਕ ਪ੍ਰਵਿਰਤੀ ਦਾ ਹੋਵੇ। ਸਾਰਿਆਂ ਨੂੰ ਸਮਝਾਉਣਾ ਹੈ ਔਰ ਮੁਲਕ 'ਚ ਜਿਹੜੇ ਕਿਸਾਨ ਨਹੀਂ ਆ ਸਕਦੇ ਉਹ ਆਪਣੇ ਸਟੇਟ ਦੇ ਹੈੱਡਕੁਆਟਰ ਜਾਂ ਜ਼ਿਲ੍ਹਿਆਂ ਦੇ ਹੈੱਡਕੁਆਟਰ ਦੇ ਵਿੱਚ ਗਣਤੰਤਰ ਦਿਵਸ ਮਨਾਉਣ, ਟਰੈਕਟਰ 'ਤੇ ਝੰਡਾ ਲਾਉਣ, ਕੌਮੀ ਝੰਡਾ ਲਾਉਣ ਔਰ ਆਪਣਾ ਖੇਤੀਬਾੜੀ ਦਾ ਝੰਡਾ ਲਾਉਣ ਅਤੇ ਮਨਾਉਣ ਕਿਸਾਨੀ ਦਿਵਸ। ਯੋਗਿੰਦਰ ਯਾਦਵ ਨੇ ਜਿਹੜੇ ਕਿਸਾਨ ਮੋਰਚਾ ਦੇ, ਉਹਨਾਂ ਨੇ ਕਿਹਾ, ਜਿਹੜੇ ਪੰਜਾਬ ਨਾਲ ਸੰਬੰਧਿਤ ਲੀਡਰ ਨੇ ਉਹਨਾਂ ਨੇ ਕਿਹਾ ਕਿ ਕੋਈ ਹਿੰਸਕ ਘਟਨਾ ਅਸੀਂ ਨਹੀਂ ਹੋਣ ਦੇਣੀ, ਨਹੀਂ ਕਰਨੀ। ਅਸੀਂ ਲਾਲ ਕਿਲੇ ਵੱਲ ਨਹੀਂ ਜਾਣਾ, ਅਸੀਂ ਜਿਹੜੀ ਸਰਕਾਰੀ ਪਰੇਡ ਹੈ ਸਾਡੀ ਉਹਦੇ 'ਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਾਉਣਾ, ਉਹਦੇ ਵਿੱਚ ਅਸੀਂ ਕੋਈ ਰੁਕਾਵਟ ਨਹੀਂ ਪਾਉਣੀ, ਅਸੀਂ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰਨਾ, ਅਸੀਂ ਕੋਈ ਸੜਕਾਂ ਜਾਮ ਨਹੀਂ ਕਰਨੀਆਂ, ਅਸੀਂ ਸਿਰਫ ਆਪਣਾ ਟਰੈਕਟਰ ਮਾਰਚ ਪਰੇਡ ਦੇ ਰੂਪ 'ਚ ਕਰਨਾ ਅਤੇ ਗਣਤੰਤਰ ਦਿਹਾੜਾ ਮਨਾਉਣਾ। ਸੋ ਇਹ ਪ੍ਰੋਗਰਾਮ ਹੈ ਜਿਹੜਾ ਸਾਰਾ ਇਹ ਕਿਸਾਨਾਂ ਨੇ ਗਗਨ ਦੇ ਦਿੱਤਾ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਬੜੀ ਚੰਗੀ ਗੱਲ ਹੈ। ਦੇਖੋ, ਹਾਲਾਂਕਿ ਕਿਸਾਨਾਂ ਨੇ ਤਾਂ ਇਹ ਵੀ ਕਿਹਾ, ਦੇਖੋ ਹੁਣੀ ਅੱਜ ਆਪਣੇ ਇਸ ਪ੍ਰੋਗਰਾਮ ਤੋਂ ਕੁਝ ਘੰਟਿਆਂ ਬਾਅਦ ਸੁਣਵਾਈ ਵੀ ਹੈ ਗਗਨ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ 'ਚ ਦਿੱਲੀ ਪੁਲਿਸ ਨੇ, ਕੇਂਦਰ ਸਰਕਾਰ ਨੇ ਜਿਹੜੀ ਪਟੀਸ਼ਨ ਦਿੱਤੀ ਹੈ, ਦਿੱਲੀ ਪੁਲਿਸ ਅਦਾਲਤ 'ਚ ਗਈ ਹੈ ਕਿ 26 ਜਨਵਰੀ ਦੀ ਜਿਹੜੀ ਪੈਰਲਲ ਪਰੇਡ ਹੈ ਉਹਨੂੰ ਰੋਕਿਆ ਜਾਵੇ। ਹੁਣ ਸੁਪਰੀਮ ਕੋਰਟ ਇਹਦੇ 'ਤੇ ਸੁਣਵਾਈ ਕਰੇਗੀ, ਕਿਸਾਨਾਂ ਦੇ ਵਕੀਲ ਨੇ ਜਿਹੜੇ ਉਹ ਵੀ ਜਾਣਗੇ। ਪਹਿਲਾਂ ਕਿਸਾਨ ਧਿਰਾਂ ਨੂੰ ਨੋਟਿਸ ਹੋਇਆ ਸੀ ਸੁਪਰੀਮ ਕੋਰਟ ਵੱਲੋਂ, ਅੱਜ ਸੁਪਰੀਮ ਕੋਰਟ ਕੀ ਕਿਸਾਨਾਂ ਦੀ ਇਸ ਪਰੇਡ 'ਤੇ ਰੋਕ ਲਗਾਏਗੀ ਜਾਂ ਕਿਸਾਨਾਂ ਨੂੰ ਕੁਝ ਹਿਦਾਇਤਾਂ ਨਾਲ ਮਨਜ਼ੂਰੀ ਦੇਵੇਗੀ ਜਾਂ ਇਹ ਮਾਮਲੇ ਦੀ ਸੁਣਵਾਈ ਗਗਨ ਫੇਰ ਟਲ ਜਾਏਗੀ ਤੇ ਕਿਸੇ ਹੋਰ ਦਿਨ ਤੇ ਰੱਖ ਦਿੱਤੀ ਜਾਏਗੀ। ਇਹ ਅੱਜ ਜਿੱਦਾਂ ਹੀ ਸੁਪਰੀਮ ਕੋਰਟ ਦੀ ਸੁਣਵਾਈ ਹੋਊਗੀ, ਸੁਪਰੀਮ ਕੋਰਟ ਵੱਲੋਂ ਜੋ ਵੀ ਫੈਸਲਾ ਆਏਗਾ, ਉਚੇਚੇ ਤੌਰ ਤੇ ਅਸੀਂ ਮਿੰਟ ਦੀ ਰਿਪੋਰਟ ਹੈ ਜਿਹੜੀ ਆਪਣੇ ਇਸੇ ਸਾਰੇ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਸਾਂਝੀ ਕਰਾਂਗੇ, ਸੋਸ਼ਲ ਮੀਡੀਆ ਤੇ ਵੀ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ। ਪਰ ਅੱਜ ਦੀ ਸੁਣਵਾਈ ਬੜੀ ਅਹਿਮ ਹੈ ਗਗਨ। ਇਹ ਸੁਣਵਾਈ 'ਚ ਦੇਖੋ ਕਿਸਾਨਾਂ ਨੇ ਇਹ ਵੀ ਕਹਿਤਾ ਕਿ ਕੁਝ ਵੀ ਹੋਵੇ, ਕਿਸਾਨਾਂ ਨੇ ਕਹਿਤਾ ਕਿ ਅਸੀਂ ਆਪਣਾ ਸ਼ਾਂਤੀਪੂਰਵਕ ਗਣਤੰਤਰ ਦਿਹਾੜਾ ਮਨਾਉਣਾ ਹੈ। ਸੋ ਇਹਦੇ ਤੋਂ ਵੱਡਾ ਸੁਨੇਹਾ ਮੈਨੂੰ ਲੱਗਦਾ ਹੈ ਸਰਕਾਰ ਨੂੰ ਹੋਰ ਕੀ ਚਾਹੀਦਾ ਸੀ। ਦੇਖੋ, ਸਰਕਾਰ ਨੇ ਵੀ ਸੁੱਖ ਦਾ ਸਾਹ ਲਿਆ ਹੋਣਾ, ਸਰਕਾਰ ਵੀ ਘਬਰਾ ਰਹੀ ਹੋਣੀ ਹੈ ਵੀ ਕਿਤੇ ਕੋਈ ਆਪਸੀ ਟਕਰਾਅ ਨਾ ਹੋ ਜਾਏ। ਦੇਖੋ, ਆਖਿਰਕਾਰ
ਕਿਸਾਨ ਵੀ ਸਾਡੇ ਮੁਲਕ ਦਾ ਹਿੱਸਾ ਹੈ ਔਰ ਗਣਤੰਤਰ ਦਿਵਸ ਦੀ ਪਰੇਡ ਸਾਡਾ ਵੀ ਮਾਣ ਹੈ ਗਗਨ ਜੀ। ਕਿਸਾਨ ਵੀ ਚਾਹੁੰਦੇ ਨੇ ਗਣਤੰਤਰ ਦਿਵਸ ਦੀ ਪਰੇਡ 'ਚ ਕੋਈ ਰੁਕਾਵਟ ਨਾ ਬਣੇ, ਕੋਈ ਜ਼ੋਰ ਜਮਾਇਸ਼ ਨਹੀਂ, ਕੋਈ ਸ਼ਕਤੀ ਪ੍ਰਦਰਸ਼ਨ ਨਹੀਂ, ਕਿਉਂਕਿ ਉਹਨਾਂ ਦਾ ਅੰਦੋਲਨ ਚੱਲ ਰਿਹਾ ਸੀ, ਉਹ ਇਕੱਠੇ ਹੋਏ ਬੈਠੇ ਨੇ, ਉਹ ਕਹਿੰਦੇ ਅਸੀਂ ਮਨਾ ਲਾਂਗੇ ਗਣਤੰਤਰ ਦਿਹਾੜਾ, ਹੈ ਜੀ। ਸੋ ਇਸ ਕਰਕੇ ਸਰਕਾਰ ਨੇ ਵੀ ਸੁੱਖ ਦਾ ਸਾਹ ਲਿਆ ਹੋਣਾ ਵੀ ਠੀਕ ਹੈ, ਕਿਸਾਨਾਂ ਨੇ ਸਾਡੇ ਨਾਲ ਕੋਈ ਟਕਰਾਅ ਨਹੀਂ ਕਰਨਾ, ਕੋਈ ਧਰਨੇ ਪ੍ਰਦਰਸ਼ਨ ਨਾਅਰੇਬਾਜ਼ੀ ਨਹੀਂ ਹੋਣੀ। ਸੋ ਇਸ ਕਰਕੇ ਮੈਨੂੰ ਲੱਗਦਾ 26 ਜਨਵਰੀ ਦਾ ਗਣਤੰਤਰ ਦਿਵਸ ਇਤਿਹਾਸਿਕ ਹੋਊਗਾ ਔਰ ਮਾਨ ਮਰਿਆਦਾ ਸ਼ਾਨੋ ਸ਼ੌਕਤ ਦੇ ਨਾਲ ਮੁਕੰਮਲ ਹੋਊਗਾ। ਪਰ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਕੁਝ ਘੰਟਿਆਂ ਬਾਅਦ ਆਉਣਾ ਹੈ, ਅਗਲੀ ਗੱਲ ਫਿਰ ਮੈਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਕਰਨਾ ਚਾਹਾਂਗਾ ਇਸ ਵਿਸ਼ੇ ਤੇ। ਜੀ ਬਿਲਕੁਲ ਡੱਲਾ ਜੀ, ਇੱਥੇ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ, ਕਈ ਜਿਹੜੇ ਮੀਡੀਆ ਅਜਿਹੇ ਘਰਾਣੇ ਨੇ ਜਿਹੜੇ ਮੋਢਿਆਂ ਦੇ ਉੱਤੇ ਬੈਠ ਕੇ ਕਵਰੇਜ ਕਰਦੇ ਨੇ, ਉਹਨਾਂ ਘਰਾਣਿਆਂ ਲਈ ਵੀ ਜਵਾਬ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਇਹਨਾਂ ਜਿਹੜੇ ਸਾਰੇ ਕਿਸਾਨੀ ਪ੍ਰੋਗਰਾਮ ਇਹਨਾਂ ਦੇ ਵਿੱਚ ਵੱਖ-ਵੱਖ ਸਤਾਨੀ ਜਿਹੜੇ ਨਾਅਰੇ ਲੱਗਦੇ ਨੇ ਜਾਂ ਉਹ ਲੋਕ ਸ਼ਾਮਲ ਨੇ। ਜਿਸ ਤਰ੍ਹਾਂ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅਸੀਂ ਤਿਰੰਗੇ ਦੀ ਆਨ ਮਾਨ ਤੇ ਸ਼ਾਨ, ਇਹ ਸ਼ਬਦ ਕਿਸਾਨ ਆਗੂਆਂ ਨੇ ਵਰਤੇ ਨੇ ਕਿ ਆਨ ਮਾਨ ਤੇ ਸ਼ਾਨ ਤਿਰੰਗੇ ਦੀ ਅਸੀਂ ਬੁਲੰਦ ਰੱਖਾਂਗੇ ਤੇ ਉਸੇ ਤਰ੍ਹਾਂ ਅਸੀਂ ਜਿਹੜਾ ਕਿਸਾਨੀ ਮਾਰਚ ਕਰਾਂਗੇ। ਇਹ ਵੱਡਾ ਜਿਹੜਾ ਮੈਨੂੰ ਲੱਗਦਾ ਉਹਨਾਂ ਵੀ ਘਰਾਣਿਆਂ ਨੂੰ ਜਵਾਬ ਸਾਰਿਆਂ ਨੂੰ ਇਹ ਸੁਨੇਹਾ ਚੱਲ ਗਿਆ, ਜਿਹੜੇ ਲੋਕ ਮੀਡੀਆ 'ਚ ਥੋੜੀ ਜਿਹੀ ਵੱਖਰੀ ਸੋਚ ਰੱਖਦੇ ਨੇ ਉਹਨਾਂ ਨੂੰ ਵੀ ਸੁਨੇਹਾ ਚੱਲ ਗਿਆ। ਔਰ ਦੇਖੋ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ, ਜਿਹੜੇ ਕਿਸਾਨ ਬੈਠੇ ਨੇ, ਕਿਸਾਨਾਂ ਦੇ ਪੁੱਤ ਤਾਂ ਬਾਰਡਰ ਤੇ ਵੀ ਜੀ, ਸਾਡੇ ਫੌਜੀ ਨੇ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ, ਹਰਿਆਣੇ ਨਾਲ ਸੰਬੰਧਿਤ ਨੇ, ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਨੇ। ਭਾਰਤ ਤੇ ਕੋਈ ਹਮਲਾ ਹੋਵੇ, ਪੁਲਵਾਮਾ ਹੋਇਆ ਉਹਦੇ 'ਚ ਪੰਜਾਬੀ ਵੀ ਗਏ, ਹਰਿਆਣੇ ਦੇ ਵੀ ਗਏ, ਉੱਤਰ ਪ੍ਰਦੇਸ਼ ਤੋਂ ਵੀ ਸ਼ਹੀਦ ਹੋਏ। ਸੋ ਇਸ ਕਰਕੇ ਫੌਜੀਆਂ ਦਾ ਕੋਈ ਧਰਮ ਕੋਈ ਸੂਬਾ ਨਹੀਂ, ਫੌਜੀ ਪੂਰੇ ਮੁਲਕ ਦੇ ਨੇ। ਪਰ ਜਿਹੜੇ ਇਹ ਕਿਸਾਨ ਬੈਠੇ ਨੇ ਇਹਨਾਂ ਦੇ ਪੁੱਤ ਵੀ ਤਾਂ ਫੌਜੀ ਹੈ ਨਾ ਜੀ। ਇਹ ਕਿਵੇਂ ਦੇਸ਼ ਦਰੋਹੀ ਹੋ ਸਕਦੇ ਨੇ, ਇਹ ਕਿਵੇਂ ਗੱਦਾਰ ਹੋ ਸਕਦੇ ਨੇ ਜਿਨ੍ਹਾਂ ਦੇ ਆਪਣੇ ਪੁੱਤ ਬੰਦੂਕਾਂ ਲਈ ਸਰਹੱਦ ਤੇ ਖੜੇ ਨੇ, ਦੂਜੇ ਪਾਸੇ ਮੂੰਹ ਕਰਕੇ ਚੀਨ ਵਾਲੇ ਪਾਸੇ ਤੇ ਪਾਕਿਸਤਾਨ ਵਾਲੇ ਪਾਸੇ। ਸੋ ਇਸ ਕਰਕੇ ਇਹ ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ ਇਹ ਇੱਥੇ ਗਲਤ ਲੋਕ ਬੈਠੇ ਨੇ, ਮੈਨੂੰ ਲੱਗਦਾ ਦੇਖੋ ਗੱਲ ਇਹ ਹੈ ਕਿਸੇ ਵੀ ਭੀੜ 'ਚ ਕਿਸੇ ਵੀ ਤਰ੍ਹਾਂ ਦੇ ਲੋਕ ਹੋ ਸਕਦੇ ਨੇ। ਕੋਈ ਇੱਕ ਦੋ ਲੋਕ ਹੋ ਸਕਦੇ ਨੇ ਜਿਨ੍ਹਾਂ ਦੀ ਸੋਚ ਵੱਖਵਾਦੀ ਹੋਵੇ, ਉਹਨਾਂ ਨੂੰ ਏਜੰਸੀਆਂ ਦੇਖੋ ਹੁਣ NIA ਵਾਲੇ ਨੋਟਿਸ ਭੇਜੀ ਜਾਂਦੇ, ਉਹਦੇ ਤੇ ਵੀ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਸ਼ੁਰੂ ਹੋ ਗਈ। ਆ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹਨਾਂ ਲੋਕਾਂ ਨੂੰ ਨੋਟਿਸ ਕਿਉਂ ਭੇਜੇ ਜਾ ਰਹੇ ਨੇ ਜਿਹੜੇ ਕਿਸਾਨ ਅੰਦੋਲਨ ਨਾਲ ਜੁੜੇ ਨੇ। ਪਰ ਅਗਰ NIA ਜਾਂਚ ਕਰਨੀ ਚਾਹੁੰਦੀ ਹੈ ਤੇ NIA ਜਾਂਚ ਕਰੇ, ਪਰ ਮੈਨੂੰ ਇਹ ਲੱਗਦਾ ਕਿ NIA ਜਾਂਚ ਕਰਕੇ ਸਾਰਵਜਨਿਕ ਕਰਦੇ ਟਰਾਂਸਪੇਰੈਂਸੀ ਦੇ ਨਾਲ। ਅਗਰ ਉਹਨਾਂ ਨੂੰ ਕੋਈ ਗਲਤ ਕੰਮਾਂ ਲਈ ਫੰਡਿੰਗ ਨਹੀਂ ਹੋਈ, ਉਹਨਾਂ ਨੂੰ ਕੋਈ ਗੈਰ ਕਾਨੂੰਨੀ ਫੰਡਿੰਗ ਨਹੀਂ ਹੋਈ ਅਗਰ ਗਗਨ, ਤੇ ਫਿਰ ਜਿਹੜਾ ਹੈਗਾ ਉਹਨਾਂ ਬਾਰੇ ਦੱਸ ਦੇਣਾ ਚਾਹੀਦਾ ਕਿ ਇਹਨਾਂ ਕੋਲੋਂ ਕੁਝ ਨਹੀਂ ਨਿਕਲਿਆ, ਤਾਂ ਕਿ ਮਾਹੌਲ ਹੋਰ ਵਧੀਆ ਬਣ ਜੇ। ਜੇ NIA ਦਾ ਉਦੇਸ਼ ਇਹ ਹੈ, ਕਿਉਂਕਿ NIA ਵੱਲੋਂ ਕਿਹਾ ਗਿਆ ਕਿ ਵੱਖਵਾਦੀ ਸੰਗਠਨ ਨੇ ਬਾਹਰਲੇ ਉਹ ਗੈਰ ਕਾਨੂੰਨੀ ਫੰਡਿੰਗ ਕਰ ਰਹੇ ਨੇ, ਉਹਦੀ ਜਾਂਚ ਹੋਣੀ ਹੈ। ਸੋ ਇਹ ਜਲਦ ਤੋਂ ਜਲਦ ਜਾਂਚ ਮੁਕਾ ਕੇ NIA ਨੂੰ ਇਸੇ ਅੰਦੋਲਨ ਦੇ ਵਿੱਚ ਹੀ ਦੱਸ ਦੇਣਾ ਚਾਹੀਦਾ ਵੀ ਕਿਹਦੇ ਕੋਲੋਂ ਕੀ ਨਿਕਲਿਆ ਕੀ ਨਹੀਂ ਨਿਕਲਿਆ, ਫਿਰ ਤਾਂ ਬਹੁਤ ਹੀ ਚੰਗੀ ਗੱਲ ਹੋ ਜੇ। ਬਿਲਕੁਲ। ਤੇ ਡੱਲਾ ਜੀ ਇਹਦੇ ਨਾਲ ਹੀ ਜਿਹੜੀ ਕੱਲ ਜਦੋਂ ਕਿਸਾਨ ਜਥੇਬੰਦੀਆਂ ਦੀ ਬੈਠਕ ਚੱਲ ਰਹੀ ਸੀ, ਉਸੇ ਦੇ ਪੈਰਲਰ ਇੱਕ ਬੈਠਕ ਹੋਰ ਚੱਲ ਰਹੀ ਸੀ ਜਿਹਦੇ ਵਿੱਚ ਵੱਡੇ ਸਿਆਸੀ ਆਗੂ ਜਿਹੜੇ ਹਾਲਾਂਕਿ ਜੇ ਸਿਆਸੀ ਘਰਾਣਿਆਂ ਦੇ ਵਿੱਚ ਵੇਖੀਏ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਦੇ ਨੇ, ਪਰ ਉੱਥੇ ਇਕੱਠੇ ਨਜ਼ਰ ਆਏ ਨੇ। ਸੁਖਪਾਲ ਸਿੰਘ ਖਹਿਰਾ, ਸੇਵਾ ਸਿੰਘ ਸੇਖਵਾਂ, ਪਰਮਿੰਦਰ ਢੀਂਡਸਾ, ਆਪ ਤੋਂ ਜਰਨੈਲ ਸਿੰਘ, ਜਾਂ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਗੁਰਜੀਤ ਔਜਲਾ, ਜਸਵੀਰ ਡਿੰਪਾ, ਇਹ ਸਾਰੇ ਇਕੱਠੇ ਬੈਠੇ ਸੀ ਤੇ ਇੱਕ ਜਨ ਸੰਸਦ ਬੁਲਾਉਣ ਦੀਆਂ ਤਿਆਰੀਆਂ ਨੇ। ਇਹਨੂੰ ਕਿੱਦਾਂ ਵੇਖ ਰਹੇ ਹੋ? ਦੇਖੋ ਅਸਲ ਦੇ ਵਿੱਚ ਕੀ ਹੈ, ਜਿਹੜਾ ਵਿਰੋਧੀ ਧਿਰ ਹੈ ਉਹ ਕੁਝ ਕਰ ਨਹੀਂ ਸੀ ਪਾ ਰਿਹਾ ਗਗਨ। ਹੁਣ ਕਿਸਾਨਾਂ ਨੇ ਤਾਂ ਆਪਣਾ ਅੰਦੋਲਨ ਕਰਤਾ, ਕਿਸਾਨਾਂ ਦੇ ਇਸ ਅੰਦੋਲਨ 'ਚ ਪੋਲੀਟੀਕਲ ਦਖਲ ਅੰਦਾਜ਼ੀ ਹੈ ਨਹੀਂ। ਭਾਵੇਂ ਆਪ ਵਾਲਿਆਂ ਨੇ ਕੋਸ਼ਿਸ਼ ਕੀਤੀ ਦਿੱਲੀ 'ਚ ਕਿ ਅਸੀਂ ਕਿਸਾਨ ਅੰਦੋਲਨ 'ਚ ਵੜ ਜਾਈਏ, ਕੇਜਰੀਵਾਲ ਨੇ ਯਤਨ ਕੀਤਾ ਲੇਕਿਨ ਨਹੀਂ ਕਾਮਯਾਬ ਹੋਣ ਦਿੱਤਾ ਕਿਸਾਨਾਂ ਨੇ, ਨਾ ਅਕਾਲੀ ਦਲ ਨੂੰ ਕਾਮਯਾਬ ਹੋਣ ਦਿੱਤਾ, ਨਾ ਆਮ ਆਦਮੀ ਪਾਰਟੀ, ਨਾ ਅਕਾਲੀ ਦਲ, ਔਰ BJP ਵਾਲੇ ਤਾਂ ਵੈਸੇ ਹੀ ਕਿਸਾਨਾਂ ਦੇ ਨਾਲ ਵੱਖਰੇ ਰਾਹ ਤੇ ਨੇ, ਵੱਖਰੇ ਸਟੈਂਡ ਤੇ ਨੇ, ਔਰ ਕਾਂਗਰਸੀ ਲੀਡਰਾਂ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ। ਭਾਵੇਂ ਇਲਜ਼ਾਮ ਲੱਗਦੇ ਰਹੇ ਕਿ ਕੈਪਟਨ ਅਮਰਿੰਦਰ ਇਹਨਾਂ ਦੇ ਪਿੱਛੇ ਹੈ, ਧਰਨੇ ਪਿੱਛੇ ਕੈਪਟਨ ਅਮਰਿੰਦਰ ਹੈ, ਪਰ ਨਹੀਂ। ਤੁਸੀਂ ਦੇਖੋ ਹੁਣ ਕਾਂਗਰਸੀਆਂ ਦਾ ਜੰਤਰ ਮੰਤਰ ਤੇ ਧਰਨਾ ਸੀ, ਕਾਂਗਰਸ ਦੇ ਕੁਝ MP ਇੱਕ ਦਿਨ ਆਉਣ ਲੱਗੇ ਸੀ ਕਿਸਾਨ ਮੋਰਚੇ ਵਾਲੇ ਮੰਚ ਤੇ ਉਹਨਾਂ ਨੂੰ ਨਹੀਂ ਉੱਥੇ ਮੌਕਾ ਦਿੱਤਾ ਗਿਆ, ਉਹ ਵਾਪਸ ਚਲੇ ਗਏ। ਸੋ ਹੁਣ ਸਾਰੀਆਂ ਵਿਰੋਧੀ ਧਿਰਾਂ ਦੇਖੋ, ਇਹ 'ਚੋਂ ਜਿਵੇਂ ਤੁਸੀਂ ਨਾਂ ਲਏ ਸੇਖਵਾਂ ਹੈ, ਸੁਖਦੇਵ ਢੀਂਡਸੇ ਦਾ ਪੁੱਤਰ ਹੈ, ਪਰਮਿੰਦਰ ਢੀਂਡਸਾ ਹੈ, ਔਰ ਸੁਖਪਾਲ ਖਹਿਰਾ ਸੀ ਉੱਥੇ ਸੇਵਾ ਸਿੰਘ ਸੇਖਵਾਂ ਸੀ, ਉੱਥੇ ਗੁਰਜੀਤ ਔਜਲਾ ਸੀ, ਜਸਵੀਰ ਡਿੰਪਾ ਸੀ, ਕਾਂਗਰਸ ਦੇ ਇੱਕ ਦੋ ਵਿਧਾਇਕ ਵੀ ਸੀ, ਹਰਿਆਣੇ ਦੇ ਵੀ ਕੁਝ ਵਿਧਾਇਕ ਸੀ। ਸੋ ਇਹ ਹੁਣ ਇਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਸਿਆਸੀ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲਾਮਬੰਦੀ ਕਰਨੀ ਹੈ, ਵਿਰੋਧੀ ਧਿਰ ਦੇ ਤੌਰ ਤੇ। ਹੁਣ ਕਾਂਗਰਸ ਦੇ ਲੀਡਰ ਵੀ ਕਾਂਗਰਸ 'ਚ ਨੇ, ਕਾਂਗਰਸ ਦੇ MP ਵੀ ਇਹਦੇ ਵਿੱਚ ਨੇ,
ਹੁਣ ਇਹਨਾਂ ਨੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਦੇ ਸਾਰੇ ਐਮਪੀਆਂ ਨੂੰ ਸੱਦਾ ਮਾਰਿਆ ਕਿ ਅਸੀਂ 22 ਜਨਵਰੀ ਤੇ 23 ਜਨਵਰੀ ਨੂੰ ਦਿੱਲੀ ਦੇ ਵਿੱਚ ਅਸੀਂ ਜਨ ਸੰਸਦ ਕਰਨੀ ਹੈ। ਕਨਸਟੀਟਿਊਸ਼ਨ ਕਲੱਬ ਹੈ ਦਿੱਲੀ ਦੇ ਵਿੱਚ, ਕਨਸਟੀਟਿਊਸ਼ਨ ਕਲੱਬ ਦੇ ਵਿੱਚ ਇਹਨਾਂ ਨੇ ਆਹ ਮੀਟਿੰਗ ਕੀਤੀ ਸੀ। ਇੱਕ ਕਿਸਾਨ ਆਗੂ ਵੀ ਉਸ ਮੀਟਿੰਗ 'ਚ ਮੌਜੂਦ ਸੀ। ਸ਼ੁੱਧ ਸਿਆਸੀ ਮੀਟਿੰਗ ਸੀ, ਕਿਸਾਨ ਸੰਗਠਨਾਂ ਦਾ ਇਸ ਮੀਟਿੰਗ ਦੇ ਨਾਲ ਕੋਈ ਸੰਬੰਧ ਨਹੀਂ ਸੀ। ਹੁਣ ਇਹ ਜਿਹੜੇ ਸੰਗਠਨ ਨੇ ਗਗਨ, ਇਹ ਸਿਆਸੀ ਤੌਰ ਤੇ ਭਾਰਤੀ ਜਨਤਾ ਪਾਰਟੀ ਦੀ ਘੇਰਾਬੰਦੀ ਕਰਨਾ ਚਾਹੁੰਦੇ ਨੇ, ਭਾਰਤੀ ਜਨਤਾ ਪਾਰਟੀ ਨਾਲ ਮੁਕਾਬਲਾ ਕਰਨਾ ਚਾਹੁੰਦੇ ਨੇ, ਦਬਾਅ ਬਣਾਉਣਾ ਚਾਹੁੰਦੇ ਨੇ। ਸੋ ਇਹਨਾਂ ਦੀ ਤੁਸੀਂ ਇੱਕ ਵਾਰੀ ਗੱਲ ਵੀ ਸੁਣ ਲਓ। ਹੁਣ ਜਨ ਸੰਸਦ 22 ਤੇ 23 ਜਨਵਰੀ ਨੂੰ ਇਹ ਕੀ ਮਤੇ ਪਾਉਂਦੇ ਨੇ, ਉੱਥੇ ਕਿਸ ਰੂਪ 'ਚ ਜਨ ਸੰਸਦ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਹੁਣ ਲੋਕਾਂ ਦੀ ਸੰਸਦ, ਜਨ ਸੰਸਦ ਜਿਹਨੂੰ ਕਹਿੰਦੇ ਆ, ਲੋਕਾਂ ਦੀ ਸੰਸਦ, ਮੈਨੂੰ ਲੱਗਦਾ ਹੈ ਰੈਲੀਨੁਮਾ ਪ੍ਰੋਗਰਾਮ ਕਰ ਸਕਦੇ ਨੇ ਉੱਥੇ, ਰੈਲੀ ਟਾਈਪ ਬਣ ਜਾਣਾ ਪ੍ਰੋਗਰਾਮ ਜੀ। ਇਹਨਾਂ ਦੀ ਗੱਲ ਇੱਕ ਵਾਰੀ ਮੁੱਖ ਜਿਹੜੇ ਮੋਢੀ ਸੀ ਇੱਕ ਵਾਰੀ ਜ਼ਰੂਰ ਸੁਣਾ ਦਿਓ गगन, मैं चाहूँगा जी। देखिए, बैठक का जो मकसद था वो था कि सभी राजनीतिक पार्टियां देश की इस आपदा में उनका क्या रोल है वो अपना अदा करें, क्योंकि वोट वो लेते हैं, राज वो करते हैं, अपोजिशन में हैं, देश कैसे चलाना है ये उन्होंने चलाना है। तो उनसे हमने बेनती करने के लिए कि आप एक जन संसद बुलाएं, जन संसद बुला के और आप देश के सामने अपनी बात रखें कि ये कानून ठीक है कि ये कानून गलत है। ਦੇਖੋ, ਅੱਜ ਦੀ ਬੈਠਕ ਦਾ ਮਕਸਦ ਇਹ ਆ, ਕਨਸਟੀਟਿਊਸ਼ਨ ਕਲੱਬ ਵਿੱਚ ਇਹ ਦੂਸਰੀ ਮੀਟਿੰਗ ਆ। ਇਹਦਾ ਮਕਸਦ ਇਹ ਹੈਗਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਉਹ ਕਿੰਨੀ ਦੇਰ ਤੱਕ ਕਿਸਾਨਾਂ ਦੇ ਅੰਦੋਲਨ ਨੂੰ ਬਾਹਰੋਂ ਬੈਠ ਕੇ ਦੇਖਣਗੀਆਂ। ਜੋ ਕਿਸਾਨ ਅੰਦੋਲਨ, ਕਿਸਾਨ ਸੰਯੁਕਤ ਮੋਰਚਾ ਨੇ ਜਿਹੜੇ ਫੈਸਲੇ ਲੈਣੇ ਕਿ ਇਹ ਨੌਨ ਪੋਲੀਟੀਕਲ ਰੱਖਣਗੇ, ਇਹਨਾਂ ਦੇ ਸਟੇਜ ਦੇ ਉੱਤੇ ਕੋਈ ਪੋਲੀਟੀਕਲ ਆਗੂ ਨਹੀਂ ਬੋਲੇਗਾ, ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਅਸੀਂ ਉਹਨਾਂ ਦੇ ਨਾਲ ਆ, ਅਸੀਂ ਉਹਨਾਂ ਦਾ ਆਦਰ ਕਰਦੇ ਹਾਂ। ਪਰ ਪੋਲੀਟੀਕਲ ਜਮਾਤ ਦੀ ਆਪਣੀ ਰਿਸਪੌਂਸਿਬਿਲਿਟੀ ਆ। ਸਿਆਸੀ ਪਾਰਟੀਆਂ ਲੋਕਾਂ ਦੇ ਸੰਘਰਸ਼ ਲਈ ਬਣੀਆਂ ਨੇ, ਉਹ ਕੋਈ ਵਪਾਰ ਲਈ ਜਾਂ ਕਿਸੇ ਕੋਈ ਬਿਜ਼ਨਸ ਕਰਨ ਵਾਸਤੇ ਨਹੀਂ ਬਣਾਈਆਂ ਗਈਆਂ। ਇਸ ਲਈ ਪੋਲੀਟੀਕਲ ਪਾਰਟੀਆਂ ਆਪਣਾ ਫਰਜ਼ ਸਮਝਦਿਆਂ ਹੋਇਆਂ ਅੱਜ ਦਿੱਲੀ ਵਿੱਚ ਇੱਕ ਸਾਰੀਆਂ ਪਾਰਟੀਆਂ ਦੀ ਬੈਠਕ ਚੱਲ ਰਹੀ ਆ। ਇਹਦਾ ਸੱਦਾ ਵੀ ਜਿਹੜਾ ਵਾ ਗੁਰਨਾਮ ਸਿੰਘ ਝੜੂਨੀ, ਜਿਹੜੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਨੇ, ਜਿਹੜੇ ਸਭ ਤੋਂ ਮੋਹਰੇ ਸੀ ਬੈਠਕ ਬੈਰੀਕੇਡ ਤੋੜਨ 'ਚ, ਇਹ ਉਹਨਾਂ ਨੇ ਆਣ ਕੇ ਸੱਦਾ ਦਿੱਤਾ। ਉਹਨਾਂ ਦੇ ਸੱਦੇ ਤੇ ਅੱਜ 12-13 ਪੋਲੀਟੀਕਲ ਪਾਰਟੀਆਂ ਕਨਸਟੀਟਿਊਸ਼ਨ ਕਲੱਬ ਵਿੱਚ ਅੰਦਰ ਬੈਠੀਆਂ ਨੇ। ਜਿਹਦੇ 'ਚ ਗੱਲ ਇਹ, ਅੱਜ ਦੀ ਜਿਹੜੀ ਬੈਠਕ ਹੈ ਉਹ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਝੜੂਨੀ ਉਹਨਾਂ ਨੇ ਸੱਦੀ ਸੀ ਆਪਣੇ ਸਾਥੀਆਂ ਦੇ ਨਾਲ, ਤੇ ਉਹਨਾਂ ਨੇ ਇਹ ਯਤਨ ਕਰ ਰਹੇ ਨੇ ਵੀ ਇੱਕ 22 ਤੇ 23 ਤਰੀਕ ਨੂੰ ਇੱਕ ਕਿਸਾਨ ਜਨ ਸੰਸਦ ਸੱਦੀ ਜਾਵੇ, ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਹੋਵੇ ਤੇ ਉਹ ਆ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਰੱਖਣ ਅਤੇ ਪੂਰੇ ਜ਼ੋਰਦਾਰ ਢੰਗ ਦੇ ਨਾਲ ਇਹ ਕਾਨੂੰਨਾਂ ਦਾ ਵਿਰੋਧ ਕਰਨ ਅਤੇ ਇਹਨਾਂ ਨੂੰ ਵਾਪਸ ਲੈਣ ਲਈ ਦਬਾਅ ਬਣਾਉਣ। ਕਿਉਂਕਿ ਇਹ ਗੱਲ ਉਹਨਾਂ ਨਾਲ ਮੈਂ ਸਹਿਮਤ ਹਾਂ ਕਿ ਜਿੱਥੇ ਅੱਜ ਸਰਕਾਰ ਤੇ ਕਿਸਾਨਾਂ ਦੇ ਸੰਘਰਸ਼ ਦਾ ਬਹੁਤ ਵੱਡਾ ਦਬਾਅ ਪਿਆ ਹੈ, ਇਹ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਇੱਕ ਆਵਾਜ਼ 'ਚ ਗੱਲ ਕਰਦੀਆਂ ਨੇ ਤਾਂ ਇਹਦੇ ਨਾਲ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਵੀ ਗੱਲ ਜਾਏਗੀ, ਤੇ ਜਿਹੜੇ ਸੂਬਿਆਂ ਦੇ ਵਿੱਚ ਹਜੇ ਤੱਕ ਸੰਘਰਸ਼ ਉਹ ਜ਼ੋਰ ਨਹੀਂ ਫੜ ਸਕਿਆ ਉੱਥੇ ਵੀ ਅਸੀਂ ਜਿਹੜਾ ਹੈ ਪਹੁੰਚ ਕਰ ਸਕਾਂਗੇ। ਸੋ ਜਿਵੇਂ ਤੁਸੀਂ ਸੁਣਾਈ ਗੱਲ, ਕੁਝ ਆਗੂਆਂ ਦੀ ਤੁਸੀਂ ਗਗਨ ਗੱਲ ਸੁਣਾਈ। ਸੋ ਇਹ ਰਾਜਨੀਤਿਕ ਤੌਰ ਦੇ ਉੱਤੇ ਹੁਣ ਆਪਣੇ ਨਵੇਂ ਪ੍ਰੋਗਰਾਮ ਨੂੰ ਲੈ ਕੇ ਅੱਗੇ ਵਧ ਰਹੇ ਨੇ। ਦੇਖੋ, ਪੰਜਾਬ 'ਚ ਗਗਨ ਚੋਣਾਂ ਵੀ ਨੇ, ਔਰ ਤੁਸੀਂ ਦੇਖੋ ਮੈਂ ਉਹ ਵੀ ਗੱਲ ਨਾਲ ਕਰਦਾ, ਵਿਜੇ ਸਾਂਪਲਾ ਉਹਨਾਂ ਦੀ ਗੱਲ ਵੀ ਤੁਸੀਂ ਜ਼ਰੂਰ ਸੁਣਾਈਓ। ਪੰਜਾਬ 'ਚ ਚੋਣਾਂ ਵੀ ਨੇ ਔਰ ਇਲਜ਼ਾਮ ਕੈਪਟਨ ਅਮਰਿੰਦਰ ਤੇ ਲੱਗ ਰਹੇ ਨੇ। ਵੈਸੇ ਮੈਂ ਵੀ ਉਂਝ ਹੈਰਾਨ ਹਾਂ ਕਿ ਕਿਸਾਨ ਸਾਡੇ ਅੰਦੋਲਨ 'ਚ ਨੇ, ਵੱਡੀ ਗਿਣਤੀ ਕਿਸਾਨ ਅੰਦੋਲਨ 'ਚ ਨੇ। ਤੁਸੀਂ ਨਗਰ ਕੌਂਸਲਾਂ, ਨਗਰ ਪਰਿਸ਼ਦਾਂ, 8 ਕਾਰਪੋਰੇਸ਼ਨਾਂ, ਲਗਭਗ 39 ਲੱਖ ਵੋਟਰ ਨੇ, ਉਹਨਾਂ 'ਚੋਂ ਕਾਫੀ ਗਿਣਤੀ ਤਾਂ ਸਾਡੇ ਅੰਦੋਲਨ ਤੇ ਗਏ ਹੋਣੇ ਨੇ। ਸੋ ਅਗਰ ਕੈਪਟਨ ਅਮਰਿੰਦਰ ਸਿੰਘ ਕੁਝ ਸਮਾਂ ਇੰਤਜ਼ਾਰ ਕਰ ਲੈਂਦੇ, ਅਗਰ ਚੋਣਾਂ ਟਲ ਸਕਦੀਆਂ ਸੀ ਕੁਝ ਸਮਾਂ, ਤੇ ਟਾਲ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਮੈਨੂੰ ਲੱਗਦਾ ਕਿ ਕੋਈ ਨਾ ਕੋਈ ਧਿਰ ਹਾਈ ਕੋਰਟ 'ਚ ਜ਼ਰੂਰ ਜਾਏਗੀ ਕਿ ਅਜਿਹੇ ਮੌਕੇ ਤੇ ਅਗਰ ਇਹ ਚੋਣਾਂ ਦਾ ਅਮਲ ਰੁਕ ਜਾਏ ਤਾਂ ਜ਼ਿਆਦਾ ਚੰਗਾ। ਪਰ ਕਾਂਗਰਸ ਨੂੰ ਇਹ ਹੈ ਵੀ ਕਿਸਾਨ ਇੱਥੇ ਹੈ ਨਹੀਂ, ਬੀਜੇਪੀ ਔਰ ਅਕਾਲੀ ਦਲ ਦੇ ਪੱਖ 'ਚ ਜ਼ਿਆਦਾ ਮਾਹੌਲ ਨਹੀਂ ਵੀ ਆਪਾਂ ਵੋਟਾਂ ਕਰਾ ਲਈਏ ਜੀ। ਔਰ ਆਮ ਆਦਮੀ ਪਾਰਟੀ ਵਾਲਿਆਂ ਦੀ ਮੈਂ ਅੱਜ ਭਗਵੰਤ ਮਾਨ ਦੀ ਵੀ ਗੱਲ ਸੁਣ ਰਿਹਾ ਸੀ ਗਗਨ, ਉਹ ਕਹਿੰਦੇ ਅਸੀਂ ਵੀ ਕਈ ਉਮੀਦਵਾਰ ਐਲਾਨ ਤੇ, 129 ਦੇ ਕਰੀਬ ਉਮੀਦਵਾਰ ਉਹਨਾਂ ਨੇ 10 ਥਾਵਾਂ ਤੋਂ ਵੱਖ-ਵੱਖ ਸੀਟਾਂ ਲਈ ਐਲਾਨ ਤੇ। ਸੋ ਆਮ ਆਦਮੀ ਪਾਰਟੀ ਵੀ ਮੈਦਾਨ 'ਚ ਆ ਗਈ, ਨਗਰ ਕੌਂਸਲ, ਨਗਰ ਕਮੇਟੀ ਔਰ ਇਹਨਾਂ ਚੋਣਾਂ ਦੇ ਵਿੱਚ। ਔਰ ਵਿਜੇ ਸਾਂਪਲਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ, ਉਹਨਾਂ ਦੀ ਗੱਲ ਵੀ ਸੁਣਾ ਦਈਏ। ਉਹ ਵੀ ਕਾਫੀ ਨਾਰਾਜ਼ ਨੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਸਿਆਸੀ ਹਮਲਾ ਕਰ ਰਹੇ ਨੇ। ਉਹ ਕਹਿੰਦੇ ਕੈਪਟਨ ਅਮਰਿੰਦਰ ਨੂੰ ਇਹ ਕਰਨਾ ਹੀ ਨਹੀਂ ਸੀ ਚਾਹੀਦਾ ਇਸ ਵਕਤ ਕੰਮ। ਵਿਜੇ ਸਾਂਪਲਾ ਦੀ ਗੱਲ ਵੀ ਸੁਣਾ ਦੇ। ਦੇਖੋ, ਬੀਜੇਪੀ ਦੀ ਆਪਣੀ ਤਿਆਰੀ ਪੂਰੀ ਹੈ, ਪਰ ਅਸੀਂ ਪਿੱਛੇ ਜੇ ਮਾਨਯੋਗ ਰਾਜਪਾਲ ਜੀ ਨੂੰ, ਆਪਣੇ ਗਵਰਨਰ ਸਾਹਿਬ ਨੂੰ ਵੀ ਮਿਲੇ ਸੀ
ਔਰ ਉਹਨਾਂ ਨੂੰ ਵੀ ਅਸੀਂ ਕਿਹਾ ਸੀ ਕਿ ਚੁਣਾਵਾਂ ਦੇ ਲਈ ਤਾਂ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ, ਚੁਣਾਵ ਹੋਣੇ ਵੀ ਚਾਹੀਦੇ ਨੇ, ਪਰ ਜਿਸ ਤਰੀਕੇ ਦਾ ਮਾਹੌਲ ਸਰਕਾਰ ਨੇ ਪੰਜਾਬ 'ਚ ਪੈਦਾ ਕਰ ਦਿੱਤਾ, ਉਸ ਤਰ੍ਹਾਂ ਦਾ ਮਾਹੌਲ ਜਿਹੜਾ ਕਿਸੇ ਰਾਜਨੀਤਿਕ ਦਲ ਨੂੰ ਅੱਗੇ ਹੀ ਨਹੀਂ ਆਉਣ ਦੇਣਾ, ਘਰੋਂ ਬਾਹਰ ਨਹੀਂ ਨਿਕਲਣ ਦੇਣਾ, ਪ੍ਰਚਾਰ ਨਹੀਂ ਕਰਨ ਦੇਣਾ, ਉਹਨਾਂ ਨੂੰ ਆਪਣੇ ਕਾਰਜਕ੍ਰਮ ਨਹੀਂ ਕਰਨ ਦੇਣੇ, ਇਹੋ ਜਿਹੇ ਹਾਲਾਤਾਂ ਦੇ ਵਿੱਚ ਚੁਣਾਵ ਕਰਾ ਕੇ ਤੁਸੀਂ ਇੱਕ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਆ ਉਸ ਨੂੰ ਪਾਰ ਕਰਕੇ ਜਾਂ ਉਹਦੇ ਖਿਲਾਫ ਇੱਕ ਮਾਹੌਲ ਤਿਆਰ ਕਰਕੇ ਚੁਣਾਵ ਗੱਲ ਕਰੋਗੇ ਤੇ ਉਹ ਉਚਿਤ ਨਹੀਂ ਹੈ। ਪਹਿਲਾਂ ਚੁਣਾਵਾਂ ਦਾ ਮਾਹੌਲ ਬਣਾਉਣ ਦੇ ਲਈ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਸੀ, ਔਰ ਮੈਂ ਸਮਝਦਾ ਕਿ ਸਰਕਾਰ ਨੇ ਜਿਹੜਾ ਆਪਣਾ ਫਰਜ਼ ਸੀ ਕੈਪਟਨ ਸਾਹਿਬ ਨੇ ਉਹ ਤਾਂ ਅਦਾ ਨਹੀਂ ਕੀਤਾ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਮਨ 'ਚ ਖੌਫ ਜਿਹੜਾ ਸੀ ਉਹ ਭਾਜਪਾ ਨੂੰ ਲੈ ਕੇ ਸੀ ਕਿ ਜੇ ਭਾਜਪਾ ਆਣ ਕੇ ਖੁੱਲ੍ਹ ਕੇ ਪ੍ਰਚਾਰ ਕਰੇਗੀ, ਭਾਜਪਾ ਖੁੱਲ੍ਹ ਕੇ ਲੋਕਾਂ 'ਚ ਵਿਚਰੇਗੀ ਤੇ ਉਹਨਾਂ ਦੀ ਜਿਹੜੀ ਆ ਉਹਨਾਂ ਤੋਂ ਡਰ ਸੀ। ਜੀ ਹੁਣ ਤੁਸੀਂ ਵਿਜੇ ਸਾਂਪਲਾ ਦੀ ਗੱਲ ਵੀ ਸੁਣ ਲਈ। ਸੋ ਮੈਨੂੰ ਇਹ ਲੱਗਦਾ ਗਗਨ ਇਹ ਸਿਆਸੀ ਘਮਸਾਨ ਇਹਨਾਂ ਚੋਣਾਂ ਦੇ ਵਿੱਚ ਚੰਗਾ ਪਊਗਾ ਪੰਜਾਬ ਦੇ ਵਿੱਚ। ਬਾਕੀ ਵੇਖੋ ਨਤੀਜਾ ਕੀ ਨਿਕਲਦਾ ਹੈ, ਤਾਂ ਹੁਣ ਲੋਕਾਂ ਦੇ ਹੱਥ ਹੈ ਗਗਨ। ਡੱਲਾ ਜੀ, ਜਿਸ ਤਰ੍ਹਾਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਧਿਰਾਂ ਦੇ ਬਿਆਨ ਨੇ, ਇਸ ਦੇ ਵਿੱਚ ਦੋ ਧਿਰਾਂ ਵੱਖਰੀਆਂ ਨਜ਼ਰ ਆ ਰਹੀਆਂ, ਦੋ ਧਿਰਾਂ ਵੱਖਰੀਆਂ। ਅਕਾਲੀ ਦਲ ਤੇ ਭਾਜਪਾ ਦਾ ਬਿਆਨ ਸੁਣਦੇ ਹੋ ਸੇਮ ਹੈ, ਕਿਉਂਕਿ ਚੰਦੂ ਮਾਜਰਾ ਹੋਣਾ ਦਾ ਬਿਆਨ ਆਇਆ, ਉਹ ਕਹਿੰਦੇ ਕਿ ਅਸੀਂ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਚੋਣਾਂ ਲੇਟ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਕਿਸਾਨੀ ਅੰਦੋਲਨ ਚੱਲ ਰਿਹਾ, ਭਾਜਪਾ ਦੇ ਵੀ ਸੇਮ ਰੁੱਖ ਆ। ਉਧਰ ਆਮ ਆਦਮੀ ਪਾਰਟੀ ਦੀ ਗੱਲ ਹੋਵੇ ਜਾਂ ਕਾਂਗਰਸ, ਉਹ ਇੱਕ ਧਿਰ ਦੇ ਵਿੱਚ ਨੇ, ਉਹਨਾਂ ਦਾ ਕਹਿਣਾ ਕਿ ਚੋਣਾਂ ਹੋਣੀਆਂ ਚਾਹੀਦੀਆਂ। ਇਹ ਦੋਵੇਂ ਸਿਆਸੀ ਪੱਖਾਂ ਨੂੰ ਕਿੱਦਾਂ ਵੇਖ ਰਹੇ? ਉਹਦਾ ਕਾਰਨ ਇਹ ਹੈ, ਆਮ ਆਦਮੀ ਪਾਰਟੀ ਤੇ ਕਾਂਗਰਸ ਆਪਣੇ ਸਿਆਸੀ ਪਰ ਤੋਲਣਾ ਚਾਹੁੰਦੇ ਨੇ, ਜਾਂ ਆਪਾਂ ਇੰਜ ਕਹਿ ਦਈਏ ਕਿ ਉਹਨਾਂ ਦੇ ਪੱਬਾਂ 'ਚ ਕਿੰਨਾ ਕੁ ਭਾਰ ਹੈ ਸਿਆਸੀ ਤੌਰ ਤੇ, ਉਹ ਦੇਖਣਾ ਚਾਹੁੰਦੇ ਨੇ। ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਵੀ ਕਿਸਾਨ ਅੰਦੋਲਨ 'ਚ ਕੇਜਰੀਵਾਲ ਇੱਕ ਦਿਨ ਉੱਥੇ ਚੱਲ ਗਿਆ, ਉਹਨੇ ਵਾਈਫਾਈ ਉੱਥੇ ਕੇਜਰੀਵਾਲ ਨੇ ਲਾਤਾ ਮਾੜਾ ਮੋਟਾ। ਆਮ ਆਦਮੀ ਪਾਰਟੀ ਵਾਲਿਆਂ ਨੂੰ ਲੱਗਦਾ ਹੈ ਵੀ ਇਹਦੇ ਕਰਕੇ ਕਿਸਾਨ ਆਮ ਆਦਮੀ ਪਾਰਟੀ ਵਾਲੇ ਲੋਕ ਨੇ, ਜਿਹੜੇ ਪੰਜਾਬ ਦੇ ਲੋਕ ਨੇ, ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਆ ਜਾਣਗੇ। ਇਹ ਲੱਗਦਾ ਹੈ ਆਮ ਆਦਮੀ ਪਾਰਟੀ ਵਾਲਿਆਂ ਨੂੰ। ਤੁਸੀਂ ਦੇਖੋ ਨਾ, ਪਹਿਲਾਂ ਤਾਂ ਕੇਜਰੀਵਾਲ ਨੇ ਕੋਈ ਖੁੱਲ੍ਹ ਕੇ ਕੰਮ ਕੀਤਾ ਨਹੀਂ ਵਿਧਾਨ ਸਭਾ 'ਚ, ਫਿਰ ਉਹਨੇ ਉਹ ਫੋਟੋ ਕਾਪੀਆਂ ਫਾੜਤੀਆਂ। ਸੋ ਕੇਜਰੀਵਾਲ ਵੀ ਚੰਗਾ ਸਿਆਸੀ ਦਿਮਾਗ ਹੈ, ਤਾਂ ਹੀ ਤੀਜੀ ਵਾਰੀ ਉੱਥੇ ਮੁੱਖ ਮੰਤਰੀ ਬਣਿਆ ਜੀ। ਹੈ ਜੀ, ਕੇਜਰੀਵਾਲ ਵੀ ਚੰਗਾ ਸਿਆਸੀ ਦਿਮਾਗ ਹੈ। ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਪਾਰਟੀ ਕੱਢ ਕੇ ਲੈ ਗਿਆ, ਦੇਖੋ ਨਾਲੇ ਮੁੱਖ ਮੰਤਰੀ ਬਣ ਗਿਆ। ਸੋ ਉਹ ਠੀਕ ਹੈ, ਦਿੱਲੀ ਲਈ ਉਹ ਕੁਝ ਕੰਮ ਉਹਨੇ ਚੰਗੇ ਕੀਤੇ ਨੇ ਦਿੱਲੀ 'ਚ ਕੇਜਰੀਵਾਲ ਨੇ, ਔਰ ਦਿੱਲੀ ਦੇ ਲੋਕਾਂ ਦੀ ਪਸੰਦ ਵੀ ਹੈ, ਕਾਫੀ ਗਿਣਤੀ ਦੇਖੋ ਲੋਕਾਂ ਨੇ ਉਹਨੂੰ ਵੋਟਾਂ ਵੀ ਪਾਈਆਂ। ਪਰ ਪੰਜਾਬ ਦੀਆਂ ਸਥਿਤੀਆਂ ਵੱਖਰੀਆਂ ਨੇ, ਕਿਉਂਕਿ SYL ਤੇ ਬੜੀ ਦੁਚਿੱਤੀ ਵਾਲੇ ਬਿਆਨ ਰਹੇ ਨੇ ਕੇਜਰੀਵਾਲ ਦੇ। ਔਰ ਹੁਣ ਇਹਨਾਂ ਚੋਣਾਂ 'ਚ ਵੀ ਮੈਨੂੰ ਲੱਗਦਾ ਨਹੀਂ ਕਿ ਭਗਵੰਤ ਮਾਨ ਹੋਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ 'ਚ ਲੈ ਕੇ ਆਉਣਗੇ, ਹੈ ਜੀ। ਸੋ ਇਸ ਕਰਕੇ ਹੁਣ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਜੇ ਹੁਣ ਵੋਟਾਂ ਹੋ ਗਈਆਂ, ਅਕਾਲੀ ਦਲ ਤੇ BJP ਦੇ ਪ੍ਰਤੀ ਥੋੜ੍ਹਾ ਜਿਹਾ ਅਨੁਕੂਲ ਮਾਹੌਲ ਘੱਟ ਹੈ। ਕਾਂਗਰਸ ਨੂੰ ਵੀ ਐਂ ਲੱਗਦਾ, ਕਾਂਗਰਸ ਨੂੰ ਲੱਗਦਾ ਵੀ ਅਸੀਂ ਸਾਰੀਆਂ ਜਿੱਤ ਜਾਵਾਂਗੇ, ਆਮ ਆਦਮੀ ਪਾਰਟੀ ਨੂੰ ਲੱਗਦਾ ਅਸੀਂ ਵੀ ਜਿੱਤ ਜਾਵਾਂਗੇ। ਦੇਖੋ ਹੁਣ 2022 ਤੋਂ ਪਹਿਲਾਂ ਆਮ ਆਦਮੀ ਵੀ ਅਕਾਲੀ ਦਲ ਵੀ ਇਹਨਾਂ ਚੋਣਾਂ ਨੂੰ ਆਪਣੇ ਲਈ ਸੈਮੀਫਾਈਨਲ ਮੰਨ ਰਿਹਾ, ਔਰ ਇਹ ਸੋਚ ਰਿਹਾ ਕਿ ਅਗਰ ਅਸੀਂ ਇੱਥੋਂ ਜਿੱਤ ਗਏ ਤਾਂ ਸਾਡੀ ਹਵਾ ਬਣ ਜੂਗੀ। ਬਾਕੀ ਹੁਣ ਇਹ ਤਾਂ ਰੱਬ ਜਾਣਦਾ ਕਿਹਦੀ ਹਵਾ ਬਣਦੀ ਹੈ ਗਗਨ। ਹਵਾ ਕਈ ਵਾਰੀ ਰੱਬ ਦੇ ਹੱਥ ਹੀ ਹੁੰਦੀ, ਹਵਾ ਬਣਾਉਣੀ ਤੇ ਕੱਢਣੀ। ਹਵਾ ਨਿਕਲ ਵੀ ਝੱਟ ਜਾਂਦੀ ਹੈ ਪੰਜਾਬ ਦੀ ਸਿਆਸਤ 'ਚ, ਹੈ ਜੀ। ਬਿਲਕੁਲ। ਤੇ ਡੱਲਾ ਜੀ, ਇਸ ਦੇ ਨਾਲ ਹੀ ਚਰਚਾਵਾਂ ਨੇ ਥੋੜੇ ਦਿਨਾਂ ਤੋਂ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਅਸਤੀਫਾ ਸਿਆਸਤ ਸ਼ੁਰੂ ਹੋ ਸਕਦੀ ਹੈ, ਕਿਉਂਕਿ ਥੋੜਾ ਸਮਾਂ ਰਹਿ ਗਿਆ ਪੰਜਾਬ ਦੇ ਵਿਧਾਨ ਸਭਾ ਦਾ ਜਿਹੜਾ ਟੈਨਿਓਰ ਖਤਮ ਹੋਣ ਨੂੰ, ਤੇ ਉਧਰ ਕਈ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਦੇ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣੀਆਂ ਨੇ। ਬੜੀਆਂ ਚਰਚਾਵਾਂ ਨੇ, ਇਹਨਾਂ ਚਰਚਾਵਾਂ ਨੂੰ ਕਿੱਦਾਂ ਵੇਖ ਰਹੇ? ਦੇਖੋ ਸਾਲ ਕੁ ਰਹਿ ਗਿਆ ਵਿਧਾਨ ਸਭਾ ਦੀਆਂ ਚੋਣਾਂ ਨੂੰ, 2022 ਦੀਆਂ ਨੂੰ 1 ਸਾਲ ਰਹਿ ਗਿਆ ਗਗਨ। ਹੁਣ ਜਦੋਂ 1 ਸਾਲ ਰਹਿ ਗਿਆ ਤੇ 6 ਮਹੀਨੇ ਤੱਕ ਮੈਨੂੰ ਲੱਗਦਾ, ਦੇਖੋ ਅਗਰ ਤਾਂ ਜਿਹੜਾ ਕਿਸਾਨੀ ਅੰਦੋਲਨ ਹੈ ਇਹ ਸਾਡਾ ਸੁੱਖੀ ਸਾਂਦੀ ਨਿਬੜ ਗਿਆ, ਕਿਸਾਨ ਫਤਿਹ ਕਰਿਆ ਏ, ਮੋਦੀ ਸਾਹਿਬ ਨੇ ਜੱਫੀ ਪਾ ਲਈ, ਸਾਡੇ ਕਿਸਾਨਾਂ ਨੂੰ ਆਪਸ 'ਚ ਸਮਝੌਤਾ ਹੋ ਗਿਆ, ਫਿਰ ਤਾਂ ਪੰਜਾਬ ਦੇ ਸਿਆਸੀ ਹਾਲਾਤ ਵੱਖਰੇ ਹੋਣਗੇ। ਅਗਰ ਕਿਸਾਨ ਅੰਦੋਲਨ ਇਸੇ ਤਰ੍ਹਾਂ ਚੱਲੀ ਜਾਂਦਾ ਹੈ, ਹੋਰ ਭਖ ਜਾਂਦਾ ਹੈ, ਰੱਬ ਨਾ ਕਰੇ ਅਜਿਹਾ ਹੋਵੇ, ਫਿਰ ਅਸਤੀਫਿਆਂ ਦੀ ਸਿਆਸਤ ਸ਼ੁਰੂ ਹੋਣੀ ਹੈ। ਦੇਖਿਓ ਜਿਹੜੀਆਂ ਹੁਣ ਵਿਰੋਧੀ ਤਰ੍ਹਾਂ ਦੇ ਲੀਡਰ ਨੇ ਨਾ, ਫਿਰ ਕਿਉਂਕਿ ਇਹਨਾਂ ਨੇ ਕਹਿਣਾ ਲਓ ਵੀ ਸਾਡੀ ਪੈਨਸ਼ਨ ਵਾਲਾ ਕੰਮ ਤਾਂ ਹੋ ਗਿਆ। ਜਦੋਂ ਆ ਹੋਰ 2-3 ਮਹੀਨਿਆਂ ਤੱਕ ਤੁਸੀਂ ਦੇਖਿਓ, ਮਹੀਨੇ ਤੱਕ ਹੀ 2 ਮਹੀਨਿਆਂ ਤੱਕ ਹੀ ਕਿਸਾਨ ਅੰਦੋਲਨ ਨੂੰ ਆਧਾਰ ਬਣਾ ਅਸਤੀਫੇ ਸ਼ੁਰੂ ਹੋ ਜਾਣੇ ਪੰਜਾਬ 'ਚ, ਹੈ ਜੀ। ਉਹਨਾਂ ਨੂੰ ਪਤਾ ਵੀ ਹੁਣ ਤਾਂ ਚਲੋ ਕਈ ਵੱਡੇ ਲੀਡਰ ਨੇ, ਉਹ ਜਿਹੜੇ ਪਹਿਲਾਂ MP ਨੇ ਉਹਨਾਂ ਨੇ ਵੀ ਅਸਤੀਫੇ ਦੇਣੇ। ਉਹਨਾਂ ਨੇ ਕਹਿਣਾ ਆਪਾਂ MP ਹਾਂ, ਆਪਾਂ ਤਾਂ ਹੁਣ MLA ਲੜਨ ਦੀ ਤਿਆਰੀ ਕਰੀਏ, ਦਿਓ ਅਸਤੀਫਾ MPਸ਼ਿਪ ਤੋਂ। ਇਹ ਵੀ ਗੱਲਾਂ ਪੰਜਾਬ 'ਚ ਕਈ ਹੋਣਗੀਆਂ, ਪਰ ਇਹ ਅਸਤੀਫੇ ਪਹਿਲਾਂ ਦੇਣੇ ਚਾਹੀਦੇ ਸੀ। ਜਿਵੇਂ ਮੈਂ ਪਹਿਲਾਂ ਵੀ ਕਹਿਣਾ, ਮੈਂ ਅੱਗੇ ਵੀ ਗਗਨ ਕਈ ਵਾਰੀ ਕਹਿਣਾ ਹੁੰਦਾ, ਵਿਆਹ ਹੋਣ ਤੋਂ ਬਾਅਦ ਵਿਆਹ ਦੇ ਕਾਰਡ ਵੰਡਣ ਦਾ ਕੀ ਮਤਲਬ, ਹੈ ਜੀ। ਫਿਰ ਤਾਂ ਉਹ ਭਾਜੀ ਹੋਈ ਦਿਆਓ ਲਿਫਾਫਾ। ਸੋ ਇਸ ਕਰਕੇ ਹੁਣ ਕਈ ਲੀਡਰਾਂ ਨੇ ਅਜਿਹਾ ਕੰਮ ਕਰਨਾ ਜਿਨ੍ਹਾਂ ਦੀ ਨਜ਼ਰ ਹੁਣ MLA ਲੜਨ ਤੇ ਹੈ, ਉਹ ਚਾਹੁੰਦੇ ਆ ਵੀ ਪੰਜਾਬ ਦੀ ਸਿਆਸਤ ਚਾਹੀਏ। ਉਹਨਾਂ ਨੇ ਹੁਣ
ਐਮਪੀਸ਼ਿਪ ਤੋਂ ਅਸਤੀਫੇ ਦੇਣੇ ਆਉਂਦੇ ਸਮਿਆਂ 'ਚ, ਤੇ ਉਹ ਜ਼ਬਰਦਸਤੀ ਕੁਰਬਾਨੀ ਦੀ ਤਰ੍ਹਾਂ ਪੇਸ਼ ਕਰਨਗੇ ਅਸਤੀਫੇ ਨੂੰ, ਵੀ ਕੁਰਬਾਨੀ ਦਿੱਤੀ ਜੀ ਉਹਨਾਂ ਨੇ। ਹੁਣ ਇਹ ਕਈ ਲੀਡਰ ਦੇਖਿਓ ਨਿਕਲੇ ਹੋਣੇ, ਜਿਵੇਂ ਝੋਨੇ ਵਾਲੇ ਖੇਤ 'ਚ ਜਦੋਂ ਪਾਣੀ ਲਾਉਂਦੇ ਆ ਨਾ, ਕਾਫੀ ਕੁਝ ਬਾਹਰ ਆ ਜਾਂਦਾ ਜੀ। ਸੋ ਉਸੇ ਤਰ੍ਹਾਂ ਕਈ ਲੀਡਰ ਨਿਕਲੇ ਹੋਣੇ, ਕਈ ਲੀਡਰਾਂ ਨੇ ਹੋਰ ਥੋੜੇ ਸਮੇਂ ਤੱਕ ਆ ਅਸਤੀਫੇ ਦੇਣੇ ਸ਼ੁਰੂ ਕਰ ਦੇਣੇ, ਤੇ ਫਿਰ ਪ੍ਰੈਸ ਕਾਨਫਰੰਸ ਹੋਇਆ ਕਰਨਗੇ ਵੀ ਕਿਸਾਨ ਅੰਦੋਲਨ ਦੇ ਹੱਕ 'ਚ ਅਸਤੀਫਾ ਦਿੱਤਾ ਜੀ, ਕਿਸਾਨ ਅੰਦੋਲਨ ਦੇ ਹੱਕ 'ਚ ਐਮਪੀਸ਼ਿਪ ਛੱਡੀ। ਜਦ ਕਿ ਹੁਣ ਕਿਸਾਨ ਨਹੀਂ ਕਹਿੰਦੇ ਤੁਸੀਂ ਅਸਤੀਫਾ ਦਿਓ, ਇਹਨਾਂ ਨੂੰ ਅਸਤੀਫੇ ਪਹਿਲਾਂ ਦੇਣੇ ਚਾਹੀਦੇ ਸੀ, ਹੈ ਜੀ। ਜੀ। ਸੋ ਇਸ ਕਰਕੇ ਹੁਣ ਇਹ ਵੀ ਇੱਕ ਨਵਾਂ ਸਿਆਸੀ ਮਾਹੌਲ ਪੰਜਾਬ 'ਚ ਸਾਨੂੰ ਨਜ਼ਰ ਆਊਗਾ ਆਉਣ ਵਾਲੇ ਸਮੇਂ ਦੇ ਵਿੱਚ। ਜੀ ਬਿਲਕੁਲ। ਸੋ ਪੰਜਾਬ ਦੀ ਸਿਆਸਤ ਹੋਵੇ ਜਾਂ ਹਰਿਆਣੇ ਦੀ ਸਿਆਸਤ, ਹਰਿਆਣੇ ਦੇ ਵਿੱਚ ਵੀ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਚੁੱਕਿਆ, ਕਿਉਂਕਿ ਉੱਥੇ ਦੀ ਵੀ ਇੱਕ ਵਿਧਾਇਕ ਦੇ ਵੱਲੋਂ ਜੋ ਵਿਰੋਧੀ ਧਿਰ ਦਾ ਨੇਤਾ ਵੀ ਨੇ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ, ਪਰ 26 ਜਨਵਰੀ ਦੀ ਕੰਡੀਸ਼ਨ ਰੱਖੀ ਗਈ ਹੈ। ਸੋ ਪੰਜਾਬ ਦੇ ਕੰਡੀਸ਼ਨ ਰੱਖ ਕੇ ਅਸਤੀਫੇ ਦੇਣਗੇ ਜੀ। ਸੋ ਮਤਲਬ ਦੇਖੋ ਉਹਨਾਂ ਨੇ ਮੈਦਾਨ ਤਿਆਰ ਕਰ ਲਿਆ ਵੀ ਮੈਂ ਜੇ ਆਹ ਕੁਝ ਹੋ ਗਿਆ ਤੇ ਅਸਤੀਫਾ ਦੇ ਦੂੰ, ਜੀ ਵੀ ਲੋਕ ਸੋਚ ਲੈਣ ਵੀ ਦੇਖੋ ਕੁਰਬਾਨੀ ਦੇਣ ਲੱਗਿਆ ਲੀਡਰ। ਜੀ ਹਾਸਾ ਆਉਂਦਾ ਜੀ ਕਈ ਵਾਰੀ ਤਾਂ। ਬਿਲਕੁਲ। ਸੋ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਕੁਝ ਅਜਿਹਾ ਵੇਖਣ ਨੂੰ ਮਿਲ ਸਕਦਾ ਕਿ ਕੰਡੀਸ਼ਨਾਂ ਦੇ ਨਾਲ ਅਸਤੀਫੇ ਸਾਡੇ ਸਿਆਸਤਦਾਨ ਵੀ ਦੇ ਸਕਦੇ ਨੇ, ਕਿਉਂਕਿ ਥੋੜਾ ਸਮਾਂ ਰਹਿ ਗਿਆ, ਉਸ ਤੋਂ ਬਾਅਦ ਜੇਕਰ ਅਸਤੀਫਾ ਦੇ ਵੀ ਦਿੰਦੇ ਹੋ ਤਾਂ ਪੈਨਸ਼ਨਾਂ ਪੱਕੀਆਂ ਹੋ ਜਾਣਗੀਆਂ। ਸੋ ਉਸ ਤੋਂ ਬਾਅਦ ਅਸਤੀਫਿਆਂ ਦਾ ਕੋਈ ਮਤਲਬ ਨਹੀਂ ਰਹਿ ਜਾਣਾ। ਮੌਜੂਦਾ ਦੌਰ ਹੈ, ਕਿਸਾਨ ਧਰਨੇ ਦੇ ਉੱਤੇ ਨੇ ਤੇ ਅਸਤੀਫੇ ਦੇ ਕੇ ਕਿਸਾਨਾਂ ਦੇ ਨਾਲ ਬੈਠੋ। ਉਮੀਦ ਹੈ ਕਿ ਕਿਸਾਨ ਤੁਹਾਨੂੰ ਨਾਲ ਜ਼ਰੂਰ ਬੈਠਣ ਦੇਣਗੇ, ਕਿਉਂਕਿ ਜਦੋਂ ਆਮ ਵਿਅਕਤੀ ਬਣ ਕੇ ਜਾਓਗੇ ਤੇ ਕਿਸਾਨਾਂ ਦੇ ਧਰਨੇ ਦੇ ਵਿੱਚ ਸ਼ਮੂਲੀਅਤ ਜ਼ਰੂਰ ਕਰ ਸਕੋਗੇ। ਸੋ ਡੱਲਾ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਤੋਂ ਇਜਾਜ਼ਤ ਲਵਾਂਗੇ। ਫਿਲਹਾਲ ਦੇ ਲਈ ਇੰਨਾ ਹੀ। ਬਹੁਤ ਧੰਨਵਾਦ ਜੀ।